ਔਰ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਗੁਰੂ ਘਰ ਦੇ ਨੇਮ ਮੁਤਾਬਕ, ਗੁਰੂ ਘਰ ਦੀ ਮਰਿਆਦਾ ਔਰ ਪਰੰਪਰਾ ਮੁਤਾਬਕ ਪਾਵਨ ਪਵਿੱਤਰ ਬਾਣੀ ਦੇ ਅੰਮ੍ਰਿਤਮਈ ਸ਼ਬਦ ਕੀਰਤਨ ਪਿਆਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ। ਕੀਰਤਨ ਤੋਂ ਉਪਰੰਤ ਸਮਾਂ ਹੋਇਆ ਹੈ ਕਥਾ ਵਿਚਾਰਾਂ ਦਾ ਔਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ, ਬਖਸ਼ਿਸ਼ ਕੀਤੀ ਹੋਈ ਪਾਵਨ ਬਾਣੀ ਆਨੰਦ ਸਾਹਿਬ ਦੀ ਵਿਚਾਰ ਦੇ ਨਾਲ ਆਪ ਜੀ ਰੋਜ਼ਾਨਾ ਜੁੜਦੇ ਹੋ। ਸਤਿਗੁਰੂ ਆਪ ਰਹਿਮਤ ਕਰਕੇ, ਮਤ ਬਖਸ਼ ਕੇ, ਕਿਰਪਾ ਕਰਕੇ ਇਸ ਪਾਵਨ ਬਾਣੀ ਦੀ ਵਿਚਾਰ ਦੀ ਸੇਵਾ ਲੈ ਰਹੇ ਨੇ ਔਰ ਗੁਰੂ ਕੀ ਰਹਿਮਤ ਕਿਰਪਾ ਸਦਕਾ 40 ਪੌੜੀਆਂ ਦੀ ਇਸ ਬਾਣੀ ਦੀਆਂ 32 ਪੌੜੀਆਂ ਤੱਕ ਦੀ ਵਿਚਾਰ ਪਿਛਲੀਆਂ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ ਔਰ ਸਤਿਗੁਰੂ ਪਾਵਨ ਬਾਣੀ ਦੇ ਰਾਹੀਂ ਜੀਵਨ ਦੇ ਸਰਬ ਪੱਖੀ ਉਪਦੇਸ਼ ਸਾਨੂੰ ਬਖਸ਼ ਰਹੇ ਹਨ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੰਪੂਰਨ ਮਨੁੱਖ ਬਣਨ ਦਾ ਉਪਦੇਸ਼ ਦਿੱਤਾ ਔਰ ਇੱਕ ਚੰਗੇ ਇਨਸਾਨ ਅਸੀਂ ਕਿਵੇਂ ਬਣ ਸਕਦੇ ਹਾਂ, ਸੰਪੂਰਨ ਮਨੁੱਖ ਕਿੱਦਾਂ ਬਣਿਆ ਜਾ ਸਕਦਾ ਹੈ, ਇਹਦੀ ਗਵਾਹੀ ਉਹਨਾਂ ਨੇ ਆਪ ਕੀਤੀ ਹੈ। ਪਾਵਨ ਬਾਣੀ ਦੇ ਰਾਹੀਂ ਸਰਬ ਪੱਖੀ ਉਪਦੇਸ਼ ਬਖਸ਼ਿਸ਼ ਕੀਤੇ ਕਿ ਕਿਵੇਂ ਦਾ ਸਾਡਾ ਜੀਵਨ ਹੋਣਾ ਚਾਹੀਦਾ ਹੈ। ਔਰ ਜੀਵਨ ਦੇ ਅਨੇਕਾਂ ਪੱਖ ਹਨ। ਜਦੋਂ ਆਪਾਂ ਸੰਸਾਰ 'ਚ ਜਿਉਂਦੇ ਹਾਂ, ਸਭ ਤੋਂ ਪਹਿਲੇ ਨੰਬਰ 'ਤੇ ਜੀਵਨ ਦੇ ਦੋ ਮੁੱਖ ਪੱਖ, ਇੱਕ ਅੰਦਰੂਨੀ ਪੱਖ ਹੈ, ਇੱਕ ਬਾਹਰੀ ਪੱਖ। ਇੱਕ ਹੈ ਸਾਡੇ ਸਰੀਰ ਦਾ ਜਿਉਣਾ, ਇੱਕ ਹੈ ਸਾਡੇ ਅੰਦਰ ਵਰਤਦੀ ਹੋਈ ਆਤਮਾ ਜਾਂ ਮਨ, ਜੋਤ, ਉਹ ਸਫ਼ਰ। ਬਾਹਰੀ ਜੀਵਨ ਦੀ ਗੱਲ ਕਰੀਏ ਤੇ ਅੱਗੇ ਸਰੀਰਕ ਜੀਵਨ ਦੇ ਵਿੱਚ ਪਰਿਵਾਰ 'ਚ ਅਸੀਂ ਰਹਿੰਦੇ ਹਾਂ। ਸਾਡੇ ਜੀਵਨ ਦਾ ਇੱਕ ਪੱਖ ਹੈ ਸਾਡਾ ਪਰਿਵਾਰਕ ਜੀਵਨ। ਔਰ ਮਨੁੱਖ ਦੀ ਇਹ ਖੂਬੀ ਹੈ ਕਿ ਦਾਤੇ ਨੇ ਸਾਨੂੰ ਅਕਲ ਬਖਸ਼ੀ ਹੈ। ਮਨੁੱਖ ਮਾਨਸਿਕ ਪ੍ਰਾਣੀ ਹੈ, ਮਨ ਦੇ ਪੱਧਰ 'ਤੇ ਜਿਉਣ ਵਾਲਾ। ਰਿਸ਼ਤੇ ਨਾਤੇ ਤੇ ਪਸ਼ੂਆਂ ਪੰਛੀਆਂ 'ਚ ਵੀ ਹਨ। ਕੋਈ ਮਾਤਾ ਹੈ, ਕੋਈ ਪਿਤਾ ਹੈ, ਕੋਈ ਭੈਣ ਹੈ, ਭਾਈ ਹੈ, ਬਾਕੀ ਵੀ ਰਿਸ਼ਤਿਆਂ ਦਾ ਪਸਾਰਾ ਉਸੇ ਤਰ੍ਹਾਂ ਹੈ। ਪਰ ਪਸ਼ੂਆਂ ਪੰਛੀਆਂ ਨੂੰ ਸਮਝ ਨਹੀਂ ਹੈ। ਜਿਹੜੀ ਅਕਲ, ਮਤ, ਸਮਝ ਸਾਡੇ ਕੋਲ ਹੈ, ਮਨੁੱਖ ਕੋਲ ਹੈ, ਉਹ ਸਮਝ ਪਸ਼ੂਆਂ ਦੇ ਕੋਲ ਨਹੀਂ ਹੈ, ਜਿਸ ਕਰਕੇ ਰਿਸ਼ਤਿਆਂ ਦਾ ਅਹਿਸਾਸ ਨਹੀਂ ਹੈ। ਮਨੁੱਖ ਨੂੰ ਵਾਹਿਗੁਰੂ ਨੇ ਉਹ ਸਮਝ ਬਖਸ਼ੀ ਹੈ ਔਰ ਸਾਡੇ ਜੀਵਨ ਦਾ ਇਹ ਇੱਕ ਪੱਖ ਹੈ ਸਾਡਾ ਪਰਿਵਾਰਕ ਪੱਖ। ਇਸੇ ਤਰ੍ਹਾਂ ਆਰਥਿਕ ਪੱਖ, ਕਿਉਂਕਿ ਆਪਣੇ ਲਈ, ਆਪਣੇ ਪਰਿਵਾਰ ਦੇ ਲਈ, ਜਿਉਂਦੇ ਰਹਿਣ ਦੇ ਲਈ, ਬਾਕੀ ਲੋੜਾਂ ਦੀ ਪੂਰਤੀ ਦੇ ਲਈ ਮਨੁੱਖ ਦਾ ਕਿਰਤ ਵਿਰਤ ਕਰਨਾ ਜ਼ਰੂਰੀ ਹੈ। ਕਿਸੇ ਵੀ ਰੂਪ ਦੇ ਵਿੱਚ ਉਹ ਕਿਰਤ ਕਰੇ। ਮੋਟੇ ਰੂਪ ਦੇ ਵਿੱਚ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਨੇ 4 ਪ੍ਰਕਾਰ ਦੀ ਕਿਰਤ ਦੀ ਗੱਲ ਕੀਤੀ ਹੈ। ਉਹਦਾ ਅੱਗੇ ਵੱਖ-ਵੱਖ ਤਰ੍ਹਾਂ ਦਾ ਵਿਸਥਾਰ ਹੈ। ਇੱਕ ਹੈ ਕਿਸਾਨੀ, ਇੱਕ ਹੈ ਨੌਕਰੀ, ਇੱਕ ਹੈ ਵਪਾਰ ਔਰ ਇੱਕ ਹੈ ਚਾਕਰੀ। ਇਹ 4 ਪ੍ਰਕਾਰ ਦੀ ਕਿਰਤ ਹੈ ਜੋ ਮਨੁੱਖ ਕਰਦਾ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆਰਥਿਕ ਜ਼ਰੂਰਤਾਂ ਦੀ ਪੂਰਤੀ ਦੇ ਲਈ ਮਨੁੱਖ ਨੂੰ ਫਿਰ ਇਹ ਕਿਰਤ ਵਿਰਤ ਕਰਨੀ ਪੈਂਦੀ ਹੈ। ਸੋ ਉਹ ਇੱਕ ਸਾਡਾ ਆਰਥਿਕ ਪੱਖ ਵੀ ਹੈ, ਕਿਰਤ ਵਿਰਤ ਕਰਨਾ। ਇਸੇ ਤਰ੍ਹਾਂ ਇੱਕ ਜੀਵਨ ਦਾ ਰਾਜਨੀਤਿਕ ਪੱਖ ਹੈ ਔਰ ਗੁਰੂ ਮਹਾਰਾਜ ਜੀ ਨੇ ਹਰ ਪੱਖ ਤੋਂ ਸਾਨੂੰ ਅਗਵਾਈ ਬਖਸ਼ੀ ਹੈ। ਸਾਡਾ ਪਰਿਵਾਰਕ ਜੀਵਨ ਕਿਸ ਤਰ੍ਹਾਂ ਦਾ ਹੋਵੇ,
ਜੇ ਸਾਨੂੰ ਪਰਿਵਾਰਕ ਜੀਵਨ ਦੀ ਸਮਝ ਹੈ ਜੋ ਪਸ਼ੂਆਂ ਪੰਛੀਆਂ ਨੂੰ ਨਹੀਂ ਹੈ, ਤੇ ਉਸ ਪਰਿਵਾਰਕ ਜੀਵਨ ਦੀ ਇੱਕ ਮਰਿਆਦਾ ਹੈ ਗੁਰੂ ਨੇ, ਉਹ ਇੱਕ ਪਤੀ ਦਾ ਪਤਨੀ ਪ੍ਰਤੀ, ਪਤਨੀ ਦਾ ਪਤੀ ਪ੍ਰਤੀ ਕੀ ਫਰਜ਼ ਹੈ, ਔਰ ਮਾਤਾ ਪਿਤਾ ਦਾ ਆਪਣੀ ਔਲਾਦ ਪ੍ਰਤੀ, ਔਲਾਦ ਦਾ ਮਾਤਾ ਪਿਤਾ ਪ੍ਰਤੀ ਕੀ ਫਰਜ਼ ਹੈ, ਜਾਂ ਬਾਕੀ ਵੀ ਜਿੰਨੇ ਤਮਾਮ ਤਰ੍ਹਾਂ ਦੇ ਰਿਸ਼ਤੇ ਨਾਤੇ ਨੇ ਉਹ ਬਹੁਤ ਸੋਹਣੇ ਹੋਣ। ਅਸੀਂ ਚੰਗੇ ਜ਼ਿੰਮੇਵਾਰ ਇਨਸਾਨ ਬਣ ਕੇ ਆਪਣੀਆਂ ਤਮਾਮ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਈਏ। ਉਹਦੀ ਸੇਧ ਪ੍ਰੇਰਣਾ ਗੁਰਬਾਣੀ 'ਚੋਂ ਸਾਨੂੰ ਮਿਲਦੀ ਹੈ। ਗਾਹੇ ਬਗਾਹੇ ਵਿਚਾਰਾਂ ਕਰਦਿਆਂ ਅਕਸਰ ਆਪਾਂ ਕੁਝ ਪੱਖ ਟੱਚ ਵੀ ਕਰਦੇ ਹਾਂ। ਇਸੇ ਤਰ੍ਹਾਂ ਆਰਥਿਕ ਜੀਵਨ ਦਾ ਜੋ ਪੱਖ ਹੈ ਉਹਦੀ ਵੀ ਗੁਰੂ ਨੇ ਅਗਵਾਈ ਬਖਸ਼ੀ ਹੈ ਕਿ ਕਿਰਤ ਕਰੋ। ਕਿਸ ਤਰ੍ਹਾਂ ਦੀ ਕਿਰਤ ਕਰਨੀ ਹੈ? ਇਮਾਨ ਕਿਰਤ 'ਚ ਹੋਣਾ ਚਾਹੀਦਾ ਹੈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਉਹ ਆਰਥਿਕ ਪੱਖ ਦੀ ਅਗਵਾਈ ਵੀ ਗੁਰੂ ਨੇ ਕਿਰਪਾ ਕਰਕੇ ਸਾਨੂੰ ਬਖਸ਼ੀ ਹੈ। ਇਸੇ ਤਰ੍ਹਾਂ ਇੱਕ ਬਹੁਤ ਅੱਜ ਦੇ ਸਮੇਂ 'ਚ ਜੇ ਆਪਾਂ ਕਹਿ ਲਈਏ ਸਾਡੇ ਜੀਵਨ ਦਾ, ਇਹ ਵੀ ਬੜਾ ਇੰਪੋਰਟੈਂਟ ਪੱਖ ਹੈ, ਰਾਜਨੀਤਿਕ ਪੱਖ। ਕਿਉਂਕਿ ਅੱਜ ਪਰਿਵਾਰਕ ਜੀਵਨ ਦੇ ਵਿੱਚ ਵੀ ਰਾਜਨੀਤਿਕ ਪੱਖ ਦਾ ਬੜਾ ਮਹੱਤਵ, ਸਮਾਜਿਕ ਪੱਖ ਦੇ ਵਿੱਚ ਵੀ ਬੜਾ ਮਹੱਤਵ। ਤੇ ਰਾਜਨੀਤਿਕ ਪੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਅੱਜ ਦੇ ਸਮੇਂ ਦੇ ਲੋਕਤੰਤਰ ਅੰਦਰ ਸਾਡੇ ਕੋਲ ਤਾਕਤ ਹੈ ਆਗੂ ਚੁਣਨ ਦੀ। ਉਹ ਫਿਰ ਕਿੰਨਾ ਸੁਚੇਤ ਹੋਣਾ ਹੈ ਉੱਥੇ ਮਨੁੱਖ ਨੇ, ਕਿਉਂਕਿ ਮਹਾਰਾਜ ਕਹਿੰਦੇ ਤਖਤ ਬਹਿ ਤਖਤੈ ਕੇ ਲਾਇਕ। ਤਖਤ ਤੇ ਉਹ ਬਹਿਣਾ ਚਾਹੀਦਾ ਹੈ ਜਿਹੜਾ ਤਖਤ ਦੇ ਲਾਇਕ ਹੋਏ। ਤੇ ਉਸ ਪੱਖ ਤੋਂ ਫਿਰ ਸਤਿਗੁਰੂ ਨੇ ਅਗਵਾਈ ਦਿੱਤੀ ਹੈ ਸਾਨੂੰ। ਕਿਉਂਕਿ ਜਦੋਂ ਨਾਲਾਇਕ ਲੋਕ ਤਖਤਾਂ ਤੇ ਬਹਿ ਜਾਂਦੇ ਨੇ, ਉਹ ਫਿਰ ਸਾਰੇ ਦੇ ਸਾਰੇ ਤਾਣੇ ਬਾਣੇ ਨੂੰ, ਸਮਾਜ ਨੂੰ, ਪਰਿਵਾਰ ਨੂੰ ਵਿਗਾੜ ਕੇ ਰੱਖ ਦਿੰਦੇ ਹਨ। ਜਿਵੇਂ ਅਸੀਂ ਅੱਜ ਦੇ ਸਮੇਂ 'ਚ ਤਾਂ ਪ੍ਰਤੱਖ ਵੇਖ ਹੀ ਸਕਦੇ ਹਾਂ ਕਿ ਸਾਡੇ ਸਮਾਜ ਦੇ ਲੋਕਾਂ ਦੀ ਨਲਾਇਕੀ ਕਰਕੇ ਕਹਿ ਲਈਏ, ਜਾਂ ਇੱਕ ਪੱਖਪਾਤੀ ਬਿਰਤੀ ਕਰਕੇ, ਜਾਂ ਇੱਕ ਲਾਲਚੀ ਬਿਰਤੀ ਕਰਕੇ, ਜਦੋਂ ਉਹਨਾਂ ਲੋਕਾਂ ਨੂੰ ਅਸੀਂ ਅੱਗੇ ਕਰ ਦਿੱਤਾ ਹੈ ਜਿਹੜੇ ਉਹ ਸਟੈਂਡਰਡ ਤੇ ਪੂਰੇ ਨਹੀਂ ਉਤਰਦੇ ਹਨ, ਤਖਤ ਬਹਿ ਤਖਤੈ ਕੀ ਲਾਇਕ ਤੇ ਉਹਦਾ ਸਮੁੱਚਾ ਪ੍ਰਭਾਵ ਸਾਡੇ ਜੀਵਨ ਦੇ ਹਰ ਪੱਖ ਤੇ ਪੈ ਰਿਹਾ ਹੈ, ਸਾਡੀ ਕਿਰਤ ਤੇ ਪੈ ਰਿਹਾ ਹੈ। ਅਸੀਂ ਕਹਿੰਦੇ ਮਹਿੰਗਾਈ ਵੱਧਦੀ ਜਾ ਰਹੀ ਹੈ ਜੀ, ਉਹ ਹੁਣ ਕਿਉਂ ਹੈ ਸਾਰਾ ਕੁਝ? ਕਿਉਂਕਿ ਅਸੀਂ ਉਹ ਲੋਕ ਅੱਗੇ ਆ ਗਏ ਜਿਹੜੇ ਉੱਥੇ ਜ਼ਿੰਮੇਵਾਰੀ ਸੰਭਾਲਣ ਦੇ, ਸਿਸਟਮ ਸੰਭਾਲਣ ਦੇ ਸਮਰੱਥ ਨਹੀਂ ਹਨ, ਔਰ ਕੁਝ ਲਾਲਚੀ ਬਿਰਤੀ ਉਹਨਾਂ ਦੀ ਕਹਿ ਲਵੋ, ਜਾਂ ਕੁਝ ਅਗਿਆਨੀ ਬਿਰਤੀ, ਉਸ ਪੱਧਰ ਦੀ ਸਮਝ ਦਾ ਨਾ ਹੋਣਾ, ਕੋਈ ਵੀ ABC ਕਾਰਨ ਹੋਵੇ, ਪਰ ਉਹ ਗੱਲ ਹੈ ਕਿ ਰਾਜਨੀਤਿਕ ਸੂਝ-ਬੂਝ ਤਾਂ ਸਾਡੇ ਲੋਕਾਂ 'ਚ ਕਮੀ ਹੋਣ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਅੱਗੇ ਲਿਆਂਦਾ। ਤੇ ਕੇਵਲ ਉਹਨਾਂ ਦੀ ਗੱਲ ਨਹੀਂ, ਜੇ ਆਪਾਂ ਆਪਣੇ ਪੰਜਾਬ ਦੀ ਬਰਬਾਦੀ ਦੀ ਗੱਲ ਕਰੀਏ ਜੀ, ਨਸ਼ਿਆਂ ਦੇ ਇੱਥੇ ਦਰਿਆ ਚੱਲਦੇ ਪਏ ਨੇ, ਤੇ ਹੋਰ ਕਿੰਨੇ ਤਰ੍ਹਾਂ ਦੇ ਵਿਗਾੜ, ਉਹਦੇ ਪਿੱਛੇ ਵੀ ਇੱਕ ਵੱਡਾ ਕਾਰਨ ਮੋਟੇ ਰੂਪ ਦੇ ਵਿੱਚ ਇਹੀ ਹੈ ਕਿ ਉਹ ਲੋਕ ਭਾਵੇਂ ਠੀਕ ਹੈ ਸਾਨੂੰ ਪੰਥ ਦੇ, ਧਰਮ ਦੇ ਨਾਂ 'ਤੇ ਵਰਗਲਾਉਂਦੇ ਲਏ, ਤੇ ਇੱਕ ਭਾਵਨਾਵਾਂ ਨੂੰ ਕੈਚ ਕਰਕੇ ਤੇ ਆਪਣੀ ਜਿਹੜੀ ਰਾਜਨੀਤੀ ਤੇ ਕੁਰਸੀ 'ਚ ਤਾਕਤ ਚਲਾਉਂਦੇ ਰਹੇ, ਪਰ ਉਹਦਾ ਸਮੁੱਚੇ ਦਾ ਪ੍ਰਭਾਵ ਫਿਰ ਜੀਵਨ ਦੇ ਐਨ ਹੇਠਲੇ ਪੱਧਰ ਤੱਕ ਪਿਆ ਹੈ। ਸੋ ਮਹਾਰਾਜ ਨੇ ਉਹ ਸਾਨੂੰ ਇੱਕ ਅਗਵਾਈ ਬਖਸ਼ੀ ਹੈ। ਤੇ ਜੇ ਵੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਲੈ ਕੇ ਚੱਲੀਏ, ਪਰਿਵਾਰਕ ਜੀਵਨ ਵੀ ਐਨ ਸਟੈਂਡਰਡ ਦਾ ਜੀਵਨ ਬਣ ਸਕਦਾ ਹੈ, ਸਮਾਜਿਕ ਜੀਵਨ ਵੀ ਐਨ ਉੱਚੇ ਪੱਧਰ ਦਾ, ਰਾਜਨੀਤਿਕ ਜੀਵਨ ਵੀ ਬੜੇ ਉੱਚੇ ਪੱਧਰ ਦਾ ਬਣ ਸਕਦਾ। ਗੁਰੂ ਨੇ ਤੇ ਬੰਦਾ ਸਿੰਘ ਬਹਾਦਰ ਵਰਗੇ ਰਾਜਿਆਂ ਮਹਾਰਾਜਿਆਂ ਦੀ ਕਲਪਨਾ ਕੀਤੀ ਹੈ, ਰਾਜ ਉਹਨਾਂ ਵੀ ਕੀਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੱਜ
ਦੁਨੀਆ ਦੇ ਵੱਡੇ ਵੱਡੇ ਜਿਹੜੇ ਲੋਕ ਹਨ ਉਹ ਉਸ ਪੱਖ ਦੀ ਖੋਜ ਕਰਨ ਵਾਲੇ ਜਾਂ ਤੱਤ ਕੱਢਣ ਵਾਲੇ, ਉਹ ਕਹਿੰਦੇ ਨੇ ਕਿ ਹਕੂਮਤਾਂ ਦੁਨੀਆ ਤੇ ਬੜਿਆਂ ਦੀਆਂ ਆਈਆਂ ਤੇ ਬੜਿਆਂ ਦੀਆਂ ਗਈਆਂ, ਪਰ ਜੇ ਕਿਸੇ ਦਾ ਰਾਜ ਸਭ ਤੋਂ ਉੱਪਰ ਗਿਣਨਾ ਹੋਵੇ ਤੇ ਉਹ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਹੁਣ ਕਾਰਨ ਕੀ ਸੀ? ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ, ਸਿੱਖੀ ਦਾ ਇੱਕ ਜਜ਼ਬਾ, ਇੱਕ ਸਿਧਾਂਤਕ ਪੱਖ, ਬਰਾਬਰਤਾ ਵਾਲੀ ਜਿਹੜੀ ਬਿਰਤੀ। ਗੁਰੂ ਨੇ ਕਿਹਾ ਰਾਜੇ ਦਾ ਕੰਮ ਪਰਜਾ ਨੂੰ ਲੁੱਟਣਾ ਨਹੀਂ ਹੁੰਦਾ ਹੈ, ਉਹ ਤਾਂ ਪਰਜਾ ਨੂੰ ਸੰਭਾਲਦਾ ਹੈ। ਤੇ ਜਿਹੜਾ ਰਾਜਾ ਪਰਜਾ ਨੂੰ ਲੁੱਟਣ ਤੇ ਲੱਗ ਜਾਏ ਤੇ ਉਹ ਫਿਰ ਕਾਹਦਾ ਰਾਜਾ ਹੈ? ਸੋ ਗੁਰੂ ਮਹਾਰਾਜ ਨੇ ਇਹ ਸਾਨੂੰ ਬਾਹਰੀ ਅਕਲ ਸਮਝ ਵੀ ਬਖਸ਼ੀ ਹੈ, ਪਰ ਗੁਰਬਾਣੀ ਦਾ ਮੁੱਖ ਮੰਤਵ ਹੈ ਸਾਡੇ ਆਤਮਿਕ ਅਧਿਆਤਮਿਕ ਪੱਖ ਨੂੰ ਉੱਚਾ ਚੁੱਕਣਾ। ਗੁਰੂ ਸਾਨੂੰ ਅੰਦਰੋਂ ਬਲਵਾਨ ਬਣਾਉਂਦੇ ਹਨ, ਤੇ ਅੰਦਰ ਤੋਂ ਬੰਦਾ ਤਾਂ ਬਲਵਾਨ ਤੇ ਤਾਕਤ ਵਾਲਾ ਬਣ ਸਕਦਾ ਹੈ ਜੇ ਅੰਦਰ ਦੀ ਸਮਝ ਹੈ, ਜੇ ਅੰਦਰ ਗੁਣ ਹਨ, ਜੇ ਅੰਦਰ ਚੰਗਿਆਈਆਂ ਹਨ। ਆਨੰਦ ਸਾਹਿਬ ਬਾਣੀ ਅੰਦਰ ਵਾਰ-ਵਾਰ ਸਤਿਗੁਰੂ ਜੀ ਨੇ ਮਨ ਦੀ ਗੱਲ ਕੀਤੀ ਹੈ, ਗੁਰਪ੍ਰਸਾਦ ਦੀ ਗੱਲ ਕੀਤੀ ਹੈ, ਗੁਰੂ ਗਿਆਨ ਗੁਰ ਸ਼ਬਦ ਦੀ ਵਿਚਾਰ ਕਹੀ ਹੈ, ਔਰ ਪਰਮੇਸ਼ਰ ਦੇ ਨਾਮ ਦੀ ਵਿਚਾਰ। ਅੱਜ ਜਿਹੜੀ ਪੌੜੀ ਆਪ ਜੀ ਨੇ ਸ਼ਰਵਣ ਕੀਤੀ, 33 ਨੰਬਰ ਪੌੜੀ, ਮਹਾਰਾਜ ਫਰਮਾਨ ਕਰਦੇ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਇੱਕ ਹੈ ਸਾਡਾ ਬਾਹਰ ਦਾ ਪੰਜ ਭੂਤਕ ਸਰੀਰ, ਇੱਕ ਹੈ ਇਸ ਸਰੀਰ ਦੇ ਅੰਦਰ ਵਰਤ ਰਹੀ ਆਤਮਾ। ਵੱਖਰੇ ਵੱਖਰੇ ਰੂਪ ਅੱਗੇ ਵਿਚਾਰਵਾਨਾਂ ਨੇ ਦਿੱਤੇ ਹਨ। ਇੱਕ ਨੂੰ ਕਿਹਾ ਗਿਆ ਖਾਕ ਸਰੀਰ, ਖਾਕ ਹੈ, ਖਾਕ ਤੋਂ ਖੁਰਾਕ ਬਣੀ, ਖੁਰਾਕ ਤੋਂ ਰਕਤ ਬਿੰਦ ਬਣਿਆ, ਬੱਚੇ ਦੀ ਉਤਪਤੀ ਹੋਈ ਤੇ ਸੰਸਾਰ ਅੰਦਰ ਜਨਮ ਹੋਇਆ, ਜੀਵਨ ਚੱਲਿਆ, ਫਿਰ ਇੱਕ ਦਿਨ ਖਾਕ ਖਾਕ 'ਚ ਖਾਕ ਹੋ ਜਾਂਦੀ ਹੈ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇ, 4 ਦਿਵਸ ਕੋ ਪੇਖਣਾ ਅੰਤ ਖੇ ਕੀ ਖੇ। ਇਹਨੂੰ ਫਰੀਦ ਸਾਹਿਬ ਨੇ ਆਪਣੇ ਨਜ਼ਰੀਏ ਦੇ ਨਾਲ ਕਿਹਾ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਨਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਖਾਕ ਤੋਂ ਸਫ਼ਰ ਸ਼ੁਰੂ ਹੁੰਦਾ ਹੈ ਜੀਵਨ ਦਾ, ਖਾਕ ਤੇ ਜਾ ਕੇ ਮੁੱਕਦਾ ਹੈ। ਇਹ ਬਾਹਰ ਦੇ ਸਰੀਰ ਦੀ ਗੱਲ। ਇੱਕ ਹੈ ਸਾਡਾ ਅੰਦਰੂਨੀ ਪੱਖ, ਜਿਹਨੂੰ ਜੋਤ ਕਿਹਾ ਗਿਆ, ਜਿਹਨੂੰ ਵਿਚਾਰਵਾਨ ਨੂਰ ਜਾਂ ਪ੍ਰਕਾਸ਼ ਵੀ ਕਹਿੰਦੇ ਹਨ। ਜੋਤ, ਉਹ ਹੁਣ ਜੋਤ ਸਾਰਿਆਂ ਦੇ ਅੰਦਰ ਵਰਤ ਰਹੀ ਹੈ। ਵੇਖੋ ਸਰੀਰ ਵੀ ਸਭ ਦਾ ਇੱਕੋ ਜਿਹਾ 5 ਤੱਤਾਂ ਦਾ ਬਣਿਆ ਹੈ। ਸਰੀਰ ਦੇ ਅੰਦਰ ਵਰਤਦੀ ਹੋਈ ਜੋਤ ਵੀ ਸਾਰਿਆਂ ਦੇ ਅੰਦਰ ਇੱਕੋ ਅਕਾਲ ਪੁਰਖ ਦੀ ਜੋਤ ਵਰਤ ਰਹੀ ਹੈ। ਫਰਕ ਬਸ ਸੁਭਾਅ ਦਾ ਫਰਕ ਹੁੰਦਾ ਹੈ, ਜਾਂ ਬਾਹਰ ਦੇ, ਕਿਉਂਕਿ ਇਸ ਧਰਤੀ ਦਾ ਵੱਖ-ਵੱਖ ਜਗ੍ਹਾ ਦਾ ਵੱਖਰਾ ਵੱਖਰਾ ਐਨਵਾਇਰਮੈਂਟ ਹੈ, ਵਾਤਾਵਰਣ ਹੈ, ਤੇ ਉਹ ਉਸ ਚੀਜ਼ ਦਾ ਪ੍ਰਭਾਵ ਸਰੀਰ ਦੇ ਉੱਪਰ ਪੈਂਦਾ ਹੈ। ਕਿਸੇ ਜਗ੍ਹਾ ਤੇ ਸਰੀਰ ਦਾ ਰੰਗ ਗੋਰਾ ਹੈ, ਕਿਸੇ ਜਗ੍ਹਾ ਤੇ ਕਾਲਾ ਹੈ, ਕਿਸੇ ਜਗ੍ਹਾ ਤੇ ਸਾਵਲਾ ਹੈ, ਪਰ ਭਾਵੇਂ ਜਿੱਦਾਂ ਦਾ ਮਰਜ਼ੀ ਰੰਗ ਹੋਵੇ, ਅਸਲ ਦੇ ਵਿੱਚ ਸਾਰੇ ਸਰੀਰ 5 ਤੱਤਾਂ ਦੇ ਹੀ ਬਣੇ ਹੋਏ ਹਨ। ਸਾਰੇ ਸਰੀਰ 5 ਤੱਤਾਂ ਦੇ ਬਣੇ ਹਨ, ਤੇ ਸਾਰੇ ਸਰੀਰਾਂ ਦੇ ਅੰਦਰ ਇੱਕ ਅਕਾਲ ਦੀ ਜੋਤ, ਆਤਮਾ ਰੂਪੀ ਸੱਤਾ ਤਾਕਤ ਉਹ ਵਰਤ ਰਹੀ ਹੈ। ਇਸੇ ਕਰਕੇ ਗੁਰਮਤਿ ਨੇ ਕਿਹਾ ਕੌਣ ਉੱਚਾ ਕੌਣ ਨੀਵਾਂ ਹੈ, ਇੱਕੋ ਜਿਹੇ ਤੇ ਹਾਂ, ਅੰਦਰੋਂ ਵੀ ਇੱਕ ਤੇ ਬਾਹਰੋਂ ਵੀ ਇੱਕ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਫਿਰ ਕਬੀਰ ਸਾਹਿਬ ਕਹਿੰਦੇ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੇ, ਨਾ ਕਛ ਪੋਚ ਮਾਟੀ ਕੈ ਭਾਂਡੈ, ਨਾ ਕਛ ਪੋਚ ਕੁਮਾਰੈ। ਹਰ ਭਾਂਡੇ ਦੀ ਆਪਣੀ ਆਪਣੀ ਵੈਲਿਊ ਹੈ। ਘਰ 'ਚ ਛੋਟੇ ਤੋਂ ਛੋਟਾ ਭਾਂਡਾ ਹੁੰਦਾ ਹੈ, ਵੱਡੇ ਤੋਂ ਵੱਡਾ ਭਾਂਡਾ ਹੁੰਦਾ ਹੈ। ਨਾ ਵੱਡਿਆਂ ਭਾਂਡਿਆਂ ਤੋਂ ਬਿਨਾਂ ਸਰਦਾ, ਨਾ ਛੋਟਿਆਂ ਭਾਂਡਿਆਂ ਤੋਂ ਬਿਨਾਂ ਸਰਦਾ ਹੈ। ਜਿਹੜਾ ਕੰਮ ਇੱਕ ਛੋਟੇ ਜਿਹੇ ਚਮਚ ਨੇ ਕਰਨਾ ਹੈ, ਉਹ ਕੋਈ ਵੱਡਾ ਭਾਂਡਾ ਨਹੀਂ ਕਰ ਸਕਦਾ ਹੈ, ਤੇ ਜਿਹੜਾ ਕੰਮ ਵੱਡੇ ਭਾਂਡੇ ਦੇ ਨਾਲ ਹੋ ਸਕਦਾ ਹੈ, ਉਹ ਛੋਟੇ ਦੇ ਨਾਲ ਨਹੀਂ ਹੋ।
ਇਸੇ ਤਰ੍ਹਾਂ ਹਰ ਮਨੁੱਖ ਦੀ ਸਮਾਜ ਦੇ ਅੰਦਰ ਆਪਣੀ ਇੱਕ ਵੈਲਿਊ ਹੈ, ਆਪਣੀ ਇੱਕ ਜ਼ਰੂਰਤ ਹੈ। ਤੇ ਮਹਾਰਾਜ ਕਹਿੰਦੇ ਸਾਰਾ ਕੁਝ ਉਹ ਵਾਹਿਗੁਰੂ ਦਾ ਸਾਜਿਆ ਹੋਇਆ ਤੇ ਸਿਰਜਿਆ ਹੋਇਆ ਹੈ। ਇਸ ਕਰਕੇ ਬਾਹਰ ਦੇ ਕਾਦੇ ਵਿਤਕਰੇ ਹਨ। ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾਹੀ। ਜਿਹੜੇ ਲੋਕ ਕੋਈ ਜਾਤ ਦਾ, ਆਪਣੇ ਉੱਚੀ ਕੁੱਲ ਦਾ ਅਭਿਮਾਨ ਤੇ ਹੰਕਾਰ ਕਰਦੇ ਨੇ, ਉਹਨਾਂ ਨੂੰ ਇੱਕ ਤਾਂ ਗੁਰੂ ਕਹਿੰਦੇ ਹਨ ਕਿ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੈ ਬਹੁਤ ਵਿਕਾਰਾ। ਮਹਾਰਾਜ ਕਹਿੰਦੇ ਮੂਰਖ ਅਗਿਆਨੀ ਬੰਦਿਆ, ਐਵੇਂ ਜਾਤ ਦਾ ਹੰਕਾਰ ਨਾ ਕਰ। ਕਬੀਰ ਸਾਹਿਬ ਕਹਿੰਦੇ ਹੰਕਾਰ ਕਿਸ ਗੱਲ ਦਾ ਹੈ? ਬ੍ਰਹਮ ਬਿੰਦ ਤੇ ਸਭ ਉਤਪਾਤੀ, ਸਾਰੀ ਤੇ ਵਾਹਿਗੁਰੂ ਤੋਂ ਖੇਡ ਬਣੀ ਹੈ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਆਣ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਤੇ ਗੁਰੂ ਨਾਨਕ ਸਾਹਿਬ ਜਦੋਂ ਜਗਨਨਾਥਪੁਰੀ ਗਏ, ਉਹ ਇੱਕ ਮੂਰਤੀ ਨੂੰ ਜਗਤ ਦਾ ਨਾਥ ਕਹਿ ਕੇ ਉਹਦੀ ਆਰਤੀ ਉਤਾਰਦੇ ਨੇ। ਮਹਾਰਾਜ ਆਰਤੀ 'ਚ ਸ਼ਾਮਲ ਨਹੀਂ ਹੋਏ। ਤੇ ਕਿਉਂਕਿ ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਬੇਸ਼ੱਕ ਹੋਰ ਵੀ ਬੜੇ ਲੋਕ ਜਾਂਦੇ ਸਨ, ਕੋਈ ਆਰਤੀ 'ਚ ਸ਼ਾਮਲ ਹੋ ਰਿਹਾ ਕਿ ਨਹੀਂ ਹੋ ਰਿਹਾ, ਪਰ ਗੁਰੂ ਨਾਨਕ ਜਦੋਂ ਆਰਤੀ 'ਚ ਸ਼ਾਮਲ ਨਹੀਂ ਹੋਏ ਤੇ ਪੰਡਤ ਕਹਿਣ ਲੱਗੇ ਜੀ ਆਰਤੀ 'ਚ ਕਿਉਂ ਨਹੀਂ ਸ਼ਾਮਲ ਹੋਏ, ਇੰਨੀ ਦੂਰੋਂ ਚੱਲ ਕੇ ਆਏ ਹੋ। ਮਹਾਰਾਜ ਕਹਿਣ ਲੱਗੇ ਅਸੀਂ ਉਸ ਅਕਾਲ ਪੁਰਖ ਦੀ ਆਰਤੀ 'ਚ ਸ਼ਾਮਲ ਹਾਂ ਤੇ ਹਮੇਸ਼ਾ ਸ਼ਾਮਲ ਰਹਿੰਦੇ ਹਾਂ, ਜਿਹਦੀ ਆਰਤੀ ਉਹਦੀ ਕੁਦਰਤ ਹਰ ਵਕਤ ਕਰ ਰਹੀ ਹੈ। ਮਹਾਰਾਜ ਨੇ ਉਹ ਸ਼ਬਦ ਉੱਥੇ ਉਚਾਰਨ ਕੀਤਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਫਿਰ ਜਦੋਂ ਹੋਰ ਖੁੱਲ੍ਹ ਕੇ ਵਿਚਾਰਾਂ ਹੋਈਆਂ ਪੰਡਤਾਂ ਦੇ ਨਾਲ, ਗੱਲ ਇਸ ਬਿੰਦੂ ਤੇ ਆ ਕੇ ਟਿਕੀ ਜੀ ਰੱਬ ਬਾਰੇ ਤੁਹਾਨੂੰ ਪਤਾ ਹੈ, ਪਰਮਾਤਮਾ ਤੁਸੀਂ ਵੇਖਿਆ? ਮਹਾਰਾਜ ਕਹਿਣ ਲੱਗੇ ਵੇਖਿਆ ਹੈ। ਫਿਰ ਮਹਾਰਾਜ ਕਹਿਣ ਲੱਗੇ ਰੱਬ ਤਾਂ ਤੁਸੀਂ ਵੀ ਵੇਖਿਆ ਹੈ, ਹਰ ਬੰਦੇ ਨੇ ਵੇਖਿਆ ਹੈ, ਪਰ ਫਰਕ ਇੰਨਾ ਹੈ ਕਿ ਕਿਸੇ ਨੇ ਉਹਨੂੰ ਦੇਖ ਕੇ ਪਹਿਚਾਣ ਲਿਆ, ਕਿਸੇ ਨੇ ਨਹੀਂ ਪਛਾਣਿਆ। ਹੁਣ ਉਹ ਕਹਿਣ ਲੱਗੇ ਜੀ ਠੀਕ ਹੈ ਤੁਸੀਂ ਰੱਬ ਵੇਖਿਆ ਹੋਏਗਾ, ਗੱਲ ਵੱਖਰੀ ਹੈ, ਪਰ ਅਸੀਂ ਕਿੱਥੇ ਰੱਬ ਵੇਖਿਆ ਤੇ ਰੱਬ ਪਛਾਣਿਆ ਨਹੀਂ ਹੈ। ਤੇ ਉੱਥੇ ਮਹਾਰਾਜ ਕਹਿਣ ਲੱਗੇ ਵੇਖੋ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ। ਤੁਸੀਂ ਹੁਣ ਜੋਤ ਨੂੰ ਨਹੀਂ ਵੇਂਦੇ ਹੋ, ਉਹ ਜੋਤ ਰੂਪ ਦੇ ਵਿੱਚ ਪਰਮੇਸ਼ਰ ਹਰ ਸਰੀਰ ਦੇ ਅੰਦਰ ਵਰਤਿਆ ਹੋਇਆ ਹੈ। ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਜਿਹੜੀ ਗੱਲ ਗੁਰੂ ਅਮਰਦਾਸ ਕਹਿ ਰਹੇ ਨੇ ਨਾ ਕਿ ਤੇਰੇ ਅੰਦਰ ਰੱਬੀ ਜੋਤ ਵਸਦੀ ਹੈ ਤਾਂ ਤੂੰ ਸੰਸਾਰ ਅੰਦਰ ਆਇਆ, ਇਹਦਾ ਭਾਵ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਪਛਾਣੀਏ ਕਿ ਮੇਰੇ ਅੰਦਰ ਰੱਬ ਜੀ ਦੀ ਜੋਤ ਵਰਤ ਰਹੀ ਹੈ। ਮਨ ਤੂੰ ਜੋਤ ਸਰੂਪ ਹੈ। ਜਿਹਨੇ ਆਪਣੇ ਅੰਦਰ ਰੱਬ ਦੀ ਵਰਤਦੀ ਹੋਈ ਜੋਤ ਨੂੰ ਨਹੀਂ ਪਛਾਣਿਆ, ਉਹ ਕਿਸੇ ਦੂਜੇ ਦੇ ਅੰਦਰ ਕਿੱਥੋਂ ਪਛਾਣੇਗਾ? ਉਹ ਕਿਸੇ ਦੂਜੇ 'ਚ ਕਿੱਥੋਂ ਵੇਖੇਗਾ? ਮਹਾਰਾਜ ਕਹਿਣ ਲੱਗੇ ਸਾਰਿਆਂ ਦੇ ਅੰਦਰ ਅਕਾਲ ਪੁਰਖ ਦੀ ਜੋਤ ਵਰਤਦੀ ਹੈ, ਪਰ ਤੁਸੀਂ ਕੀ ਕਰਦੇ ਹੋ ਜੀ? ਨਾ ਤੂੰ ਨੀਵੀਂ ਜਾਤ ਦਾ, ਤੂੰ ਤਾਂ ਮੰਦਰ ਦੇ ਗੇਟ ਤੋਂ ਅੰਦਰ ਨਹੀਂ ਆ ਸਕਦਾ, ਤੇਰਾ ਪਰਛਾਵਾਂ ਪੈ ਕੇ ਮੰਦਰ ਪਿੱਟਿਆ ਜਾਏਗਾ। ਉਹ ਮਹਾਰਾਜ ਕਹਿਣ ਲੱਗੇ ਉਹ ਭਗਵਾਨ ਕਾਹਦਾ ਹੈ ਜਿਹੜਾ ਇਨਸਾਨ ਦੇ ਪਰਛਾਵੇਂ ਦੇ ਨਾਲ ਪਿੱਟਿਆ ਜਾਏ? ਉਹ ਕਾਹਦਾ ਭਗਵਾਨ ਹੈ? ਮਹਾਰਾਜ ਕਹਿਣ ਲੱਗੇ ਇਹ ਸਭ ਤੁਹਾਡੇ ਬਣਾਏ ਹੋਏ ਵਹਿਮ ਭਰਮ ਹਨ, ਭਗਵਾਨ ਕਦੇ ਪਿੱਟੇ ਨਹੀਂ ਜਾਂਦੇ ਹਨ। ਭਗਵਾਨ ਤਾਂ ਰਹਿਮਤ ਕਰਕੇ ਦੂਜਿਆਂ ਦੀ ਭਿੱਟ ਉਤਾਰਨ ਵਾਲਾ ਹੈ। ਸਾਰਿਆਂ ਦੇ ਅੰਦਰ ਮਾਲਕ ਦੀ ਜੋਤ ਵਰਤ ਰਹੀ ਹੈ। ਉਸ ਜੋਤ ਨੂੰ ਵੇਖੋ, ਉਸ ਜੋਤ ਨੂੰ ਸਮਝੋ ਤੇ ਉਸ ਪੱਧਰ ਦਾ ਜੀਵਨ ਬਤੀਤ ਕਰੋ ਜੀ। ਹੁਣ ਕਹਿਣ ਲੱਗੇ ਜੀ ਫਿਰ ਜੋਤ ਨੂੰ ਸਮਝਿਆ ਕਿੱਦਾਂ ਜਾ ਸਕਦਾ ਹੈ? ਤੇ ਉਹ ਵੀ ਫਿਰ ਮਹਾਰਾਜ ਨੇ ਸਮਝਾਇਆ ਕਿ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਆਰਤ। ਗੁਰ ਸਾਖੀ ਦਾ ਇੱਥੇ ਮਤਲਬ ਹੈ ਗੁਰੂ ਦੀ ਸਿੱਖਿਆ ਦੇ ਰਾਹੀਂ ਬੰਦੇ ਨੂੰ ਜੋਤ ਦੀ ਸਮਝ ਪੈਂਦੀ। ਜੇ ਜਗਨਨਾਥਪੁਰੀ ਉਹਨਾਂ ਲੋਕਾਂ ਨੂੰ ਜੋਤ ਦੀ ਸਮਝ ਪਈ ਹੈ, ਜੋਤ ਦਾ ਅਹਿਸਾਸ ਹੋਇਆ ਹੈ, ਤੇ ਕਿਵੇਂ ਹੋਇਆ ਸੀ? ਜਦੋਂ ਗੁਰੂ ਨਾਨਕ ਮਹਾਰਾਜ ਜੀ ਦੀ ਸਿੱਖਿਆ ਉਹਨਾਂ ਦੇ ਪੱਲੇ ਪਈ ਹੈ। ਔਰ ਕੇਵਲ ਉੱਥੇ ਹੀ ਨਹੀਂ,
ਜਿੱਥੇ ਜਿੱਥੇ ਵੀ ਗੁਰੂ ਨਾਨਕ ਮਹਾਰਾਜ ਜੀ ਦੀ ਸਿੱਖਿਆ ਮਨੁੱਖਤਾ ਦੇ ਕੰਨੀ ਪਈ ਹੈ, ਉਹਨਾਂ ਨੂੰ ਫਿਰ ਰੱਬੀ ਜੋਤ ਦਾ ਅਹਿਸਾਸ ਹੋਇਆ। ਤੇ ਗੁਰੂ ਇਸੇ ਚੀਜ਼ ਦਾ ਤੇ ਅਹਿਸਾਸ ਕਰਵਾਉਣ ਗਏ ਸਨ ਕਿ ਕਿਹੜੇ ਵਿਤਕਰਿਆਂ 'ਚ ਫਸ ਕੇ ਖਹਿ ਖਹਿ ਕੇ ਮਰਦੇ ਪਏ ਹੋ। ਅਕਾਲ ਪੁਰਖ ਦੇ ਅਸੀਂ ਸਾਰੇ ਬੱਚੇ ਹਾਂ, ਵਿਤਕਰੇ ਛੱਡੋ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਪਰ ਉਹ ਵੇਖੋ ਸ਼ੁਰੂਆਤ ਵੈਸੇ ਤਾਂ ਹਰ ਕਰਮ ਦੀ ਸ਼ੁਰੂਆਤ ਅਸਲ 'ਚ ਸਾਡੇ ਆਪਣੇ ਆਪ ਤੋਂ ਹੁੰਦੀ ਹੈ। ਕੋਈ ਗੁਣ ਹੈ, ਇਹਨੂੰ ਮਹਾਰਾਜ ਕਹਿੰਦੇ ਪ੍ਰਥਮੈ ਮਨ ਪ੍ਰਬੁੱਧ ਹੈ, ਆਪਣਾ ਪਾਛੇ ਅਵਰ ਰਿਝਾਵੈ। ਹੁਣ ਜਿਹੜਾ ਬੰਦਾ ਦਿਨ ਰਾਤ ਦਾਰੂ ਦੀ ਬੋਤਲ ਹੀ ਨਾ ਛੱਡਦਾ ਹੋਵੇ ਤੇ ਉਹ ਦੂਜੇ ਨੂੰ ਸਿੱਖਿਆ ਦਵੇ ਜੀ ਇਹ ਮਾੜੀ ਹੈ, ਇਹ ਨਾ ਪੀਆ ਕਰ, ਹੁਣ ਦੂਜਾ ਕਿੱਥੋਂ ਮੰਨੇਗਾ ਜਦੋਂ ਤੂੰ ਆਪ ਹੀ ਨਹੀਂ ਮੰਨ ਰਿਹਾ। ਇਸੇ ਤਰ੍ਹਾਂ ਬਾਕੀ ਗੱਲਾਂ ਹਨ। ਜਿਵੇਂ ਅਕਸਰ ਆਪਾਂ ਗੱਲ ਕਰਦੇ ਕਿ ਹਰ ਬੰਦਾ ਕਹਿੰਦਾ ਹੈ ਕਿ ਸਮਾਜ ਸੁਧਰਨਾ ਚਾਹੀਦਾ ਹੈ, ਪਰ ਅਸੀਂ ਕੀ ਚਾਹੁੰਦੇ ਹਾਂ ਕਿ ਦੂਜੇ ਸੁਧਰ ਜਾਣ, ਮੈਂ ਉੱਦਾਂ ਦਾ ਉੱਦਾਂ ਹੀ ਰਵਾਂ। ਅਸੀਂ ਦੂਜਿਆਂ ਨੂੰ ਸੁਧਾਰਨਾ ਚਾਹੁੰਦੇ ਹਾਂ, ਆਪਣੇ ਆਪ ਨੂੰ ਸੁਧਾਰਨਾ ਨਹੀਂ ਚਾਹੁੰਦੇ। ਤੇ ਗੁਰੂ ਕਹਿੰਦੇ ਗੱਲ ਤੇਰੇ ਆਪਣੇ ਤੋਂ ਸ਼ੁਰੂ ਹੋਣੀ ਹੈ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜੇ ਗ੍ਰਹਿਵਾਨ ਮੈਂ ਸਿਰ ਨੀਵਾ ਕਰ। ਦੂਜਿਆਂ ਨੂੰ ਨਾ ਕਹਿ ਉਹ ਮਿੱਠਾ ਬੋਲਣ, ਆਪ ਪਹਿਲਾਂ ਮਿੱਠਾ ਬੋਲਣ ਵਾਲਾ ਬਣ। ਤੇਰੇ ਜੀਵਨ ਦਾ ਪ੍ਰਭਾਵ ਦੂਜਿਆਂ ਤੇ ਇਦਾਂ ਦਾ ਪਵੇ ਕਿ ਦੂਜੇ ਤੇਰੇ ਜੀਵਨ ਤੋਂ ਸਿੱਖਣ। ਸੋ ਮਹਾਰਾਜ ਕਹਿੰਦੇ ਜੋਤ ਤਾਂ ਸਾਰਿਆਂ ਦੇ ਅੰਦਰ ਹੈ, ਕੱਲੇ ਕੱਲੇ ਦੇ ਅੰਦਰ ਜੋਤ ਅਸੀਂ ਕਿੱਦਾਂ ਵੇਖਾਂਗੇ ਜੇ ਪਹਿਲਾਂ ਆਪਣੇ ਆਪ ਅੰਦਰ ਵਰਤਦੀ ਜੋਤ ਨੂੰ ਵੇਖਿਆ। ਕਿਉਂਕਿ ਜਿੱਦਾਂ ਦਾ ਸਰੀਰ ਮੇਰਾ ਹੈ ਇਦਾਂ ਦਾ ਸਭ ਦਾ ਹੈ, ਜਿੱਦਾਂ ਦਾ ਸਰੀਰ ਮਨ ਸਾਡਾ ਹੈ ਇਦਾਂ ਦਾ ਹੀ ਬਾਕੀਆਂ ਦਾ ਮਨ ਹੈ, ਜਿੱਦਾਂ ਦੇ ਵਿਚਾਰ ਖਿਆਲ ਸਾਡੇ ਮਨ ਅੰਦਰ ਇਦਾਂ ਦੇ ਹੀ ਬਾਕੀਆਂ ਦੇ ਮਨ ਅੰਦਰ ਆਉਂਦੇ ਹਨ। ਇਹ ਕੁਦਰਤ ਦੀ ਇਕਸਾਰਤਾ ਹੈ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਤੇਰੇ ਸੰਸਾਰ ਅੰਦਰ ਆਉਣ ਦਾ ਜਿਹੜਾ ਕਾਰਨ ਹੈ ਨਾ, ਜੇ ਤੇਰੀ ਸੰਸਾਰ ਅੰਦਰ ਜੀਵਨ ਦੀ ਲੀਲਾ ਆਰੰਭਤਾ ਹੋਈ ਹੈ ਤੇ ਤਾਂ ਹੋਈ ਹੈ ਕਿਉਂਕਿ ਰੱਬ ਜੀ ਨੇ ਤੇਰੇ ਅੰਦਰ ਆਪਣੀ ਜੋਤ ਨੂੰ ਟਿਕਾਇਆ ਸੀ, ਅੰਦਰ ਆਪਣੀ ਆਤਮਾ ਬਖਸ਼ਿਸ਼ ਕੀਤੀ ਸੀ, ਰੂਹ ਨੂਰ ਬਖਸ਼ਿਸ਼ ਕੀਤਾ ਸੀ। ਤੇ ਜਿਸ ਦਿਨ ਜੀਵਨ ਸਮਾਪਤ ਹੁੰਦਾ ਹੈ, ਸਰੀਰ ਤਾਂ ਹੈ ਪਰ ਵਿੱਚੋਂ ਉਹ ਜਿਸ ਕਰਕੇ ਜੀਵਨ ਚੱਲ ਰਿਹਾ ਸੀ ਉਹ ਰੂਹ, ਉਹ ਆਤਮਾ ਉਹ ਨਹੀਂ ਹੁੰਦੀ ਹੈ। ਅੱਖਾਂ ਹਨ ਵੇਖ ਨਹੀਂ ਪਾਉਂਦੀਆਂ, ਜ਼ੁਬਾਨ ਹੈ ਬੋਲ ਨਹੀਂ ਪਾਉਂਦੀ, ਕੰਨ ਹੈ ਸੁਣ ਨਹੀਂ ਪਾਉਂਦੇ ਹਨ। ਕਾਰਨ ਕੀ ਹੈ? ਜਿਹੜਾ ਅੰਦਰ ਬੋਲਣ ਵਾਲਾ, ਵੇਖਣ ਵਾਲਾ, ਸੁਣਨ ਵਾਲਾ ਜੀਓ ਸੀ, ਜੋਤ ਸੀ, ਜਿੰਦ ਸੀ, ਆਤਮਾ ਸੀ, ਉਹ ਹੁਣ ਉਡਾਰੀ ਮਾਰ ਚੁੱਕੀ ਹੈ। ਮਹਾਰਾਜ ਕਹਿੰਦੇ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰੀ ਨੇ ਵਾਹਿਗੁਰੂ ਨੇ ਤੇਰੇ ਅੰਦਰ ਆਪਣੀ ਜੋਤ ਟਿਕਾਈ ਤਾਂ ਤੂੰ ਸੰਸਾਰ ਅੰਦਰ ਆਇਆ, ਭਾਵ ਤੇਰਾ ਜੀਵਨ ਦਾ ਸਫ਼ਰ ਆਰੰਭ ਹੋਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਦੋ ਵਾਰ ਇੱਕੋ ਵਿਚਾਰ ਕਹਿ ਕੇ ਗੁਰੂ ਮਹਾਰਾਜ ਇਸ ਚੀਜ਼ ਤੇ ਬੜਾ ਜ਼ੋਰ ਦੇ ਕੇ ਕਹਿ ਰਹੇ ਨੇ ਕਿ ਚੰਗੀ ਤਰ੍ਹਾਂ ਸਮਝ ਲੈ। ਇੱਕ ਤਾਂ ਬੰਦਾ ਹੰਕਾਰ ਕਰਦਾ ਹੈ ਕਿ ਮੈਂ ਹੀ ਮੈਂ ਹਾਂ ਜੀ, ਬਸ ਮੇਰਾ ਕਰਕੇ। ਗੁਰੂ ਕਹਿੰਦੇ ਤੂੰ ਕਿਹਦਾ ਕਰਕੇ ਹੈ ਉਹ ਸਮਝ। ਜੇ ਉਹ ਨਾ ਹੋਵੇ ਤੇ ਤੂੰ ਵੀ ਨਾ ਹੋਵੇ। ਵੇਖੋ ਜੀਵਨ ਤਾਂ ਉਸੇ ਕਰਕੇ ਹੀ ਚੱਲ ਰਿਹਾ ਹੈ ਨਾ। ਇਸੇ ਕਰਕੇ ਤੇ ਕਬੀਰ ਸਾਹਿਬ ਨੇ ਕਿਹਾ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਮੇਰਾ ਤਾਂ ਹੈ ਹੀ ਕੁਝ ਨਹੀਂ ਹੈ, ਦਾਤਾ ਜੀ ਹੈ ਹੀ ਸਾਰਾ ਕੁਝ ਤੁਹਾਡਾ ਹੈ। ਮਹਾਰਾਜ ਕਹਿੰਦੇ ਤਾਂ ਤੂੰ ਜਗ ਮੈਂ ਆਇਆ, ਤਾਂ ਜਗਤ ਅੰਦਰ ਆਇਆ ਕਿਉਂਕਿ ਉਹਨੇ ਆਪਣੀ ਜੋਤ ਜਿੰਦ ਆਤਮਾ ਤੇਰੇ ਅੰਦਰ ਟਿਕਾਈ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਠੀਕ ਹੈ, ਸਾਡਾ ਸੰਸਾਰ ਅੰਦਰ ਜਨਮ ਹੁੰਦਾ ਹੈ, ਸਾਡੇ ਸੰਸਾਰੀ ਰਿਸ਼ਤੇ ਨਾਤੇ ਸਾਕਾ ਸੰਬੰਧੀ ਬਣਦੇ ਨੇ, ਕੋਈ ਪਿਤਾ ਹੈ ਕੋਈ ਮਾਤਾ ਹੈ। ਪਰ ਅਸਲ 'ਚ ਮਹਾਰਾਜ ਕਹਿੰਦੇ ਉਹ ਪਿਤਾ ਹੈ ਪਰਮਾਤਮਾ, ਮਾਤਾ ਵੀ ਪਰਮਾਤਮਾ ਹੀ ਹੈ, ਜਿਹਦਾ ਕਰਕੇ ਜੀਵਨ ਆਰੰਭ ਹੋਇਆ। ਵੈਸੇ ਇੱਕ ਗੁਰਮਤ ਦਾ ਜਦੋਂ ਆਪਾਂ ਨਜ਼ਰੀਆ ਵੇਖੀਏ ਨਾ, ਤੇ ਸਾਡੇ ਤਿੰਨ ਤਰ੍ਹਾਂ ਦੇ ਪਰਿਵਾਰ ਹਨ। ਇੱਕ ਸਿੱਖ ਹੋਣ ਦੇ ਨਾਤੇ, ਇੱਕ ਸਿੱਖ ਦੇ, ਇੱਕ ਤੇ ਉਹ ਸਾਡੇ ਮਾਤਾ ਪਿਤਾ
ਜਿਨ੍ਹਾਂ ਦੀ ਕੁੱਖੋਂ ਸਾਡਾ ਜਨਮ ਹੁੰਦਾ ਹੈ। ਮਾਤਾ ਹੈ, ਇੱਕ ਪਿਤਾ, ਬਾਕੀ ਭੈਣ ਭਾਈ। ਇੱਕ ਗੁਰੂ ਮਹਾਰਾਜ ਨੇ ਕਿਹਾ ਕਿ ਹਰਿ ਜੀ ਮਾਤਾ, ਹਰਿ ਜੀ ਪਿਤਾ, ਹਰਿ ਜੀਉ ਪ੍ਰਤਪਾਲਕ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਇੱਕ ਤੇ ਉਹ ਹੈ ਸਾਡਾ ਜੀਵਨ ਜਿਹੜਾ ਸਰਬ ਸਾਂਝਾ, ਜਿੱਥੇ ਇੱਕ ਛੋਟੇ ਪਰਿਵਾਰ ਦੇ ਵਿੱਚ ਸਾਡੇ, ਅਸੀਂ ਕਹਿ ਸਕਦੇ ਹਾਂ ਜੀ ਸਾਡੇ ਪਰਿਵਾਰ ਦੇ 4 ਜੀ ਨੇ, 6 ਜੀ ਹਨ, ਪਰ ਇੱਕ ਉਹ ਸਾਡਾ ਸਰਬ ਸਾਂਝਾ ਪਰਿਵਾਰ ਜਿਹਦੇ 'ਚ ਸਾਰੀ ਮਨੁੱਖਤਾ ਹੀ ਆਉਂਦੀ ਹੈ। ਅਸੀਂ ਸਾਰੇ ਹੀ ਭੈਣ ਭਾਈ ਫਿਰ ਉਸ ਪੱਖ ਤੋਂ ਬਣਦੇ, ਪਿਤਾ ਪਰਮਾਤਮਾ, ਮਾਤਾ ਵੀ ਪਰਮਾਤਮਾ। ਇੱਕ ਹੈ ਸਾਡਾ ਪੰਥਕ ਪਰਿਵਾਰ। ਉਹ ਪਰਿਵਾਰ 'ਚ ਅਸੀਂ ਉਦੋਂ ਸ਼ਾਮਲ ਹੁੰਦੇ ਹਾਂ ਜਦੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲੈਂਦੇ ਹਾਂ। ਫਿਰ 5 ਪਿਆਰੇ ਸਹਿਬਾਨ ਸਾਨੂੰ ਦ੍ਰਿੜ ਕਰਵਾਉਂਦੇ ਨੇ ਕਿ ਸਤਿਗੁਰ ਕੇ ਜਨਮੈ ਗਵਨ ਮਿਟਾਇਓ। ਅੱਜ ਤੋਂ ਤੁਸੀਂ ਉਹ ਗੁਰੂ ਕੇ ਇੱਕ ਸਾਂਝੇ ਪਰਿਵਾਰ ਦੇ ਮੈਂਬਰ ਹੋ, ਜਿੱਥੇ ਸਾਡਾ ਸਭ ਦਾ ਪਿਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਮਾਤਾ ਨੇ ਮਾਤਾ ਸਾਹਿਬ ਕੌਰ ਤੇ ਜਨਮ ਅਸਥਾਨ ਕੇਸਗੜ੍ਹ ਸਾਹਿਬ, ਵਾਸੀ ਅਸੀਂ ਆਨੰਦਪੁਰ ਦੇ ਕਹਾਉਂਦੇ ਹਾਂ। ਆਨੰਦਪੁਰ ਦੇ ਇੱਕ ਸਾਡਾ ਉਹ ਪਰਿਵਾਰ ਹੈ। ਖੈਰ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਹਰ ਆਪੇ ਮਾਤਾ ਆਪੇ ਪਿਤਾ। ਉਹ ਮਾਤਾ ਵੀ ਆਪ ਹੈ, ਉਹ ਪਿਤਾ ਵੀ ਆਪ ਹੈ। ਜਿਨ ਜੀਓ ਪਾਏ ਜਗਤ ਦਿਖਾਇਆ, ਜਿਨੇ ਸਰੀਰ ਦੇ ਅੰਦਰ ਆਪਣੀ ਜਿੰਦ ਨੂੰ ਟਿਕਾ ਕੇ ਪਾ ਕੇ ਤੇ ਤੈਨੂੰ ਸੰਸਾਰ ਅੰਦਰ ਭੇਜਿਆ, ਤੇ ਹੁਣ ਤੂੰ ਇਸ ਸੰਸਾਰ ਨੂੰ ਵੇਂਦਾ ਪਿਆ ਹੈ। ਕਿਉਂਕਿ ਉਹਦੀ ਜਿੰਦ ਅੰਦਰ ਸੀ, ਸੰਸਾਰ ਅੰਦਰ ਜਨਮ ਹੋਇਆ, ਜੀਵਨ ਹੋਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਫਿਰ ਅੱਗੇ ਮਹਾਰਾਜ ਕਹਿੰਦੇ ਜਿਹੜੀ ਰੱਬ ਦੀ ਖੇਡ ਹੈ, ਕੁਦਰਤ ਹੈ, ਇਹ ਸੰਸਾਰ ਅਕਾਲ ਪੁਰਖ ਵਾਹਿਗੁਰੂ ਦਾ ਚਲਤ ਹੈ, ਖੇਡ ਹੈ, ਆਵਣ ਜਾਣ ਇੱਕ ਖੇਲ ਬਣਾਇਆ। ਜਾਂ ਮਹਾਰਾਜ ਕਹਿੰਦੇ ਕੀਆ ਖੇਲ ਬੜ ਮੇਲ ਤਮਾਸ਼ਾ, ਵਾਹ ਗੁਰੂ ਤੇਰੀ ਸਭ ਰਚਨਾ। ਜਾਂ ਬਚਨ ਆਪਾਂ ਪੜ੍ਹਦੇ ਚੌਪਈ ਸਾਹਿਬ ਅੰਦਰ, ਸਕਲ ਕਾਲ ਕਾ ਕੀਆ ਤਮਾਸ਼ਾ। ਹੁਣ ਇਹ ਜਿਹੜਾ ਸੰਸਾਰ ਤਮਾਸ਼ਾ, ਇਹ ਗੁਰੂ ਕਲਗੀਧਰ ਮਹਾਰਾਜ ਜੀ ਦੇ ਵੀ ਬੋਲ ਹਨ, ਜਿੱਥੇ ਉਹ ਕਹਿੰਦੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਹੁਣ ਵੇਖੋ ਇਹ ਸਿਆਣੇ ਇੱਥੇ ਵੀ ਇੱਕ ਗੱਲ ਕਹਿੰਦੇ ਹਨ ਕਿ ਇੱਕ ਹੁੰਦਾ ਹੈ ਤਮਾਸ਼ਾ ਵੇਖਣਾ, ਇੱਕ ਹੁੰਦਾ ਤਮਾਸ਼ਾ ਬਣਨਾ। ਸਾਡਾ ਜਿਹੜਾ ਜੀਵਨ ਹੈ ਨਾ, ਠੀਕ ਹੈ ਅਸੀਂ ਸੰਸਾਰ ਦੇ ਇਹ ਰੰਗ ਤਮਾਸ਼ੇ ਨੂੰ ਵੇਖਣਾ ਹੈ, ਤਮਾਸ਼ਾ ਬਣਨਾ ਨਹੀਂ ਹੈ। ਪਰ ਬਹੁਤ ਵਾਰੀ ਹੁੰਦਾ ਕੀ ਹੈ, ਜਦੋਂ ਅਸੀਂ ਉਹ ਭਾਵੇਂ ਪਰਿਵਾਰਕ ਜੀਵਨ ਦੀ ਮਰਿਆਦਾ 'ਚੋਂ ਜਦੋਂ ਆਪਾਂ ਟੱਪ ਜਾਂਦੇ ਹਾਂ ਤੇ ਘਰਾਂ 'ਚ ਵਿਗਾੜ ਪੈਂਦਾ ਹੈ, ਤੇ ਫਿਰ ਲੋਕ ਤਮਾਸ਼ਾ ਵੇਖਦੇ ਹਨ। ਇਸੇ ਤਰ੍ਹਾਂ ਜੀਵਨ ਦੇ ਬਾਕੀ ਪੱਧਰਾਂ 'ਤੇ ਹੈ। ਬਹੁਤ ਵਾਰੀ ਕੀ ਹੁੰਦਾ ਹੈ, ਅਸੀਂ ਗਲਤ ਕੰਮ ਕਰਦੇ ਹਾਂ, ਮਾੜਾ ਬੋਲਦੇ ਹਾਂ, ਝਗੜਾ ਕਰਦੇ ਹਾਂ, ਫਿਰ ਦੂਜਿਆਂ ਦੇ ਲਈ ਇੱਕ ਤਮਾਸ਼ਾ ਬਣਦੇ ਹਾਂ, ਤਮਾਸ਼ਾ। ਸੋ ਮਹਾਰਾਜ ਕਹਿੰਦੇ ਇਸ ਚੀਜ਼ ਤੋਂ ਵੀ ਸੁਚੇਤ ਹੋਣਾ ਹੈ, ਤਮਾਸ਼ਾ ਬਣਨਾ ਨਹੀਂ ਹੈ। ਠੀਕ ਹੈ ਸੰਸਾਰ 'ਚ ਵਾਹਿਗੁਰੂ ਨੇ ਭੇਜਿਆ, ਅੱਖਾਂ ਦਾ ਕੰਮ ਵੇਖਣਾ ਹੈ, ਪਰ ਅਟਕਣਾ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਣਾਇਆ ਹੋਇਆ ਇਹ ਸਮੁੱਚਾ ਜਗਤ ਤਮਾਸ਼ਾ ਖੇਡ ਹੈ। ਇਹਦੀ ਸਮਝ ਪੈਂਦੀ ਹੈ ਗੁਰੂ ਦੀ ਕਿਰਪਾ ਸਦਕਾ, ਗੁਰੂ ਦੀ ਬਖਸ਼ਿਸ਼ ਸਦਕਾ। ਅਖੀਰ 'ਚ ਪਾਤਸ਼ਾਹ ਕਹਿੰਦੇ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਸਾਰੀ ਦੀ ਸਾਰੀ ਖੇਡ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਖੇਡ ਹੈ। ਉਹਨੇ ਹੀ ਸ੍ਰਿਸ਼ਟ ਕਾ ਮੂਲ ਰਚਿਆ। ਇਹ ਜਿਹੜੀ ਸ੍ਰਿਸ਼ਟੀ ਹੈ ਇਹਦੀ ਰਚਨਾ ਰਚੀ। ਵੇਖੋ ਸੰਸਾਰ ਰਚਨਾ ਬਾਰੇ ਅੱਜ ਵਿਗਿਆਨੀ ਕਈ ਤਰੀਕਿਆਂ ਦੀਆਂ ਖੋਜਾਂ ਦੇ ਵਿੱਚ ਲੱਗੇ ਹੋਏ ਹਨ, ਪਰ ਕੁਝ ਥਿਊਰੀਆਂ ਹਨ ਜਿਹੜੀਆਂ ਕਾਫੀ ਸਮੇਂ ਤੋਂ ਚੱਲ ਰਹੀਆਂ ਹਨ ਜੀ। ਬਹੁਤ ਸਾਲ ਪਹਿਲਾਂ, ਅਰਬਾਂ ਖਰਬਾਂ ਸਾਲ ਪਹਿਲਾਂ ਇੱਥੇ ਕੁਝ ਨਹੀਂ ਸੀ। ਧਮਾਕਾ ਹੋਇਆ, ਧਮਾਕੇ ਤੋਂ ਗੈਸਾਂ ਬਣੀਆਂ, ਉਦੋਂ ਬਾਅਦ ਪਾਣੀ ਬਣਿਆ, ਜੀਵ ਬਣੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਵਿਚਾਰਾਂ ਬਾਣੀ 'ਚ ਦਿੰਦੇ ਹਨ, ਕਹਿੰਦੇ ਅਰਬਦ ਨਰਬਦ ਧੁੰਦੂ ਘਾਰਾ, ਤਰਨ ਨਾ ਗਗਨ ਨਾ ਹੁਕਮ ਅਪਾਰਾ। ਅਰਬਾਂ ਖਰਬਾਂ ਸਾਲ ਪਹਿਲਾਂ ਕੁਝ ਵੀ ਨਹੀਂ ਸੀ। ਫਿਰ ਵਾਹਿਗੁਰੂ ਦੀ ਖੇਡ ਵਰਤੀ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਗੁਰੂ ਕਹਿੰਦੇ ਇਹ ਅਸਲ 'ਚ ਵਾਹਿਗੁਰੂ ਦੇ ਹੁਕਮ ਦਾ ਪਸਾਰਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਹੀ ਇਹ ਪਸਾਰਾ ਪਸਰਿਆ ਹੈ।
ਇੱਕ ਬਚਨ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਕੀਤਾ ਪਸਾਓ, ਪਸਾਓ ਦਾ ਮਤਲਬ ਹੈ ਪਸਾਰਾ, ਵਾਹਿਗੁਰੂ ਨੇ ਕੀਤਾ। ਕੀਤਾ ਪਸਾਓ ਏਕੋ ਕਵਾਓ, ਕਵਾਓ ਸ਼ਬਦ ਦਾ ਮਤਲਬ ਹੈ ਬੋਲਣਾ। ਜਿਵੇਂ ਆਪਾਂ ਬਹੁਤ ਠੇਠ ਪੰਜਾਬੀ 'ਚ ਕੂਣਾ ਸ਼ਬਦ ਬੋਲਦੇ ਹਾਂ, ਬੋਲਣਾ ਕੂਣਾ, ਉਸੇ ਸ਼ਬਦ ਦਾ ਹੀ ਇੱਕ ਰੂਪ ਹੈ ਕਵਾਓ, ਕਿ ਉਹ ਵਾਹਿਗੁਰੂ ਕੂਇਆ, ਬੋਲਿਆ, ਹੁਕਮ ਉਹਦਾ ਵਰਤਿਆ, ਤੇ ਉਹਦੇ ਹੁਕਮ ਦੇ ਨਾਲ ਤਿਸਤੇ ਹੋਏ ਲੱਖ ਦਰਿਆਓ। ਫਿਰ ਪਾਤਸ਼ਾਹ ਜੀ ਨੇ ਇਹ ਵੀ ਕਿਹਾ ਕਿ ਠੀਕ ਹੈ, ਅੱਜ ਇੱਕ ਸੋਹਣੀ ਸੰਸਾਰ ਰਚਨਾ ਆਪਾਂ ਵੇਖਦੇ ਪਏ ਹਾਂ, ਪਰ ਇਹ ਪਤਾ ਨਹੀਂ ਮਾਲਕ ਦੇ ਹੁਕਮ ਦੇ ਵਿੱਚ ਕਿੰਨੀ ਵਾਰ ਬਣਿਆ, ਕਿੰਨੀ ਵਾਰ ਬਿਨਸਿਆ। ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਓਂਕਾਰ। ਉਸ ਇੱਕ ਤੋਂ ਅਨੇਕ ਹੈ ਫਿਰ ਏਕ ਹੈ ਦੀ ਕਈ ਵਾਰ ਖੇਡ ਵਰਤੀ ਤੇ ਕਈ ਵਾਰ ਸੰਕੋਚੀ ਗਈ। ਵੈਸੇ ਕੁਦਰਤ ਦੇ ਅੰਦਰ ਪੈਦਾ ਹੋਣ ਦੀ ਤੇ ਬਿਨਸਣ ਦੀ ਜਿਹੜੀ ਕਿਰਿਆ ਹੈ, ਪ੍ਰਕਿਰਿਆ ਹੈ, ਉਹ ਲਗਾਤਾਰ ਚੱਲ ਰਹੀ ਹੈ। ਉਪਜੈ ਨਿਪਜੈ ਨਿਪਜ ਸਮਾਈ, ਨੈਨੋ ਦੇਖਤ ਇਹ ਜਗ ਜਾਈ। ਤੇ ਹੈ ਸਾਰਾ ਕੁਝ ਉਸ ਵਾਹਿਗੁਰੂ ਤੋਂ ਹੀ ਹੈ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ। ਉਸੇ ਨੇ ਸਮੁੱਚੀ ਸ੍ਰਿਸ਼ਟੀ ਦਾ ਮੂਲ ਰਚਿਆ, ਉਸੇ ਨੇ ਸਾਡੇ ਸਰੀਰ ਦੀ ਰਚਨਾ ਰਚੀ ਹੈ। ਇਹਦੇ ਅੰਦਰ ਆਪਣੀ ਜੋਤ ਵਾਹਿਗੁਰੂ ਨੇ ਟਿਕਾਈ। ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ, ਜੋਤ ਉਹਨੇ ਟਿਕਾ ਦਿੱਤੀ ਤਾਂ ਤੂੰ ਜਗ ਮੈਂ ਆਇਆ, ਤੂੰ ਤਾਂ ਸੰਸਾਰ ਅੰਦਰ ਆਇਆ ਹੈ। ਇਹਨੂੰ ਪਾਤਸ਼ਾਹ ਕਹਿੰਦੇ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦੇਹੋ ਦਰਸ ਹਰ ਰਾਇਆ। ਹੇ ਮੇਰੇ ਮਾਲਕ ਜੀ, ਤੁਹਾਡੀ ਕਿਰਪਾ ਸਦਕਾ ਹੀ ਇਹ ਮਨੁੱਖਾ ਦੇਹੀ ਦੀ ਦਾਤ ਪ੍ਰਾਪਤ ਹੋਈ। ਇੱਥੋਂ ਤੱਕ ਆਪਾਂ ਸੁਖਮਨੀ ਸਾਹਿਬ ਅੰਦਰ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਪੱਖ ਸਾਨੂੰ ਸਮਝਾਏ ਹਨ। ਉਹ ਕਹਿੰਦੇ, ਜੇ ਪ੍ਰਸਾਦ ਸੁਣੈ ਕਰਨ ਨਾਦ, ਸਾਰੀ ਖੇਡ ਕਹਿੰਦੇ ਉਸੇ ਦੀ ਕਿਰਪਾ ਦੀ ਹੈ। ਜੇ ਸੁਣਨ ਦੇ ਲਈ ਕੰਨ ਮਿਲੇ, ਬੋਲਣ ਦੇ ਲਈ ਜ਼ੁਬਾਨ ਮਿਲੀ, ਵੇਖਣ ਦੇ ਲਈ ਅੱਖਾਂ ਮਿਲੀਆਂ, ਕਿੰਨੇ ਦਿੱਤੀਆਂ ਹਨ? ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਦਾ ਤਾਤ, ਵਾਹਿਗੁਰੂ ਦਾ ਬਖਸ਼ਿਆ। ਜੇ ਪ੍ਰਸਾਦ ਸੁਣੈ ਕਰਨ ਨਾਦ, ਜੇ ਪ੍ਰਸਾਦ ਪੇਖੈ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚੱਲੈ, ਜੇ ਪ੍ਰਸਾਦ ਸੰਪੂਰਨ ਫਲੈ। ਸਾਰਾ ਕੁਝ ਉਹਨੇ ਦਿੱਤਾ। ਅੱਗੇ ਫਿਰ ਮਹਾਰਾਜ ਕਹਿੰਦੇ, ਉਸੇ ਦੀ ਕਿਰਪਾ ਸਦਕਾ ਪਰਮ ਗਤ ਦੀ ਦਾਤ ਮਿਲਣੀ। ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ। ਜੇ ਸੁਖ ਚਾਹੁੰਦੇ ਹਾਂ, ਸਹਿਜ ਚਾਹੁੰਦੇ ਹਾਂ, ਆਨੰਦ ਚਾਹੁੰਦੇ ਹਾਂ, ਸਾਰਾ ਕੁਝ ਉਸੇ ਤੋਂ ਮਿਲਣਾ ਹੈ। ਪਰ ਗੱਲ ਪਾਤਸ਼ਾਹ ਕਹਿੰਦੇ ਉਦੋਂ ਵਿਗੜਦੀ ਹੈ ਜਦੋਂ ਇੱਕ ਪਾਸੇ ਤੇ ਇੰਨੀਆਂ ਰੱਬ ਨੇ ਦਾਤਾਂ ਦਿੱਤੀਆਂ ਤੇ ਬੰਦਾ ਫਿਰ ਵੀ ਮਾਲਕ ਨੂੰ ਛੱਡ ਕੇ ਇੱਧਰ ਉੱਧਰ ਭਟਕਦਾ ਹੈ। ਤੇ ਪਾਤਸ਼ਾਹ ਕਹਿੰਦੇ, ਤਿਸ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਉਹਨੂੰ ਛੱਡ ਕੇ ਹੋਰ ਕਿੱਧਰ ਲੱਗ ਰਹੇ? ਗੁਰੂ ਦੀ ਕਿਰਪਾ ਸਦਕਾ ਮਨ ਅੰਦਰ ਸੁਚੇਤਤਾ, ਗਿਆਨ, ਪ੍ਰਗਾਸ ਆਉਂਦਾ। ਰੱਬੀ ਬਖਸ਼ਿਸ਼ਾਂ ਦੀ ਸਮਝ ਪੈਂਦੀ ਹੈ ਕਿ ਇਹ ਜੋ ਕੁਝ ਵੀ ਹੈ ਉਹ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਹੀ ਹਨ, ਮਾਲਕ ਦੀਆਂ ਰਹਿਮਤਾਂ ਹੀ ਹਨ। ਤੇ ਜਿਹੜਾ ਉਹਨੂੰ ਛੱਡ ਕੇ ਦੇਣਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ, ਨਾਨਕ ਕਹੂੰ ਨ ਸੀਜਈ ਬਿਨ ਨਾਵੈ ਪਤ ਜਾਏ। ਉਹ ਫਿਰ ਬੇਪੱਤਾ ਹੋ ਕੇ ਹੀ